ब्रेक तो बाद एक बारी तुहाडा फिर स्वागत है। तुसीं देख रहे हो लोक रंग प्रोग्राम और असीं गलबात कर रहे हैं आर्टिस्ट सलीम जी दे नाल। सलीम जी, जदों तुसीं म्यूजियम सैटअप कर रहे सी ते उत्थे तुसीं बहुत सारियां मोल्डिंग्स भी कीतियां होणगीਆਂ कि जिहड़ियां तुसीं मोल्डिंग कीतियां ने ਉਹਦੇ ਰੈਪਲੀਕਾ ਵੀ ਬਣਦੇ ਹੋਣਗੇ। ਜਿਹੜੇ ਰੈਪਲੀਕਾ ਬਣੇ ਨੇ ਉਹਨਾਂ ਵਿੱਚ ਤੁਸੀਂ ਕੋਈ ਫਾਰਮਲ ਟ੍ਰੇਨਿੰਗ ਲਈ ਸੀ ਰੈਪਲੀਕਾ ਬਣਾਉਣ ਦੀ, ਜਾਂ ਤੁਸੀਂ ਜਿਹੜਾ ਹੈਗਾ ਕਿਸੇ ਤੋਂ ਸਿੱਖਿਆ ਸੀਗਾ, ਜਾਂ ਆਪੇ ਹੀ ਜਿਹੜੇ ਮੋਲਡ ਬਣਾਉਣੇ ਸ਼ੁਰੂ ਕੀਤੇ? ਨਹੀਂ, ਬੇਸਿਕ ਟ੍ਰੇਨਿੰਗ ਤੇ ਮੈਂ ਲਈ ਸੀ ਕੁਝ ਦਿਨ, ਲੇਕਿਨ ਉਹਦੇ ਤੋਂ ਮੈਨੂੰ ਆਈਡੀਆ ਇਹ ਹੋ ਗਿਆ ਸੀ ਕਿ ਕਿਸ ਤਰ੍ਹਾਂ ਬਣਾਏ ਜਾ ਸਕਦੇ ਨੇ। ਫਰਦਰ ਜਿੰਨੀ ਡਿਵੈਲਪਮੈਂਟ ਸੀ ਉਹ ਮੈਂ ਆਪ ਕਰਦਾ ਰਿਹਾ ਉਹਨਾਂ ਦੇ ਵਿੱਚ। ਠੀਕ ਹੈ। ਤੇ हर किस्म का मोल्ड बनाया, रबड़ के भी बाद मोल्ड बनाने शुरू कर देते। कोई एक ऐसा मोल्ड किसी चीज़ का बनाया होगा, किसी स्टैचू का बनाया होगा जो यादगार वांग है तुहाडा और उत्थे डिस्पले है और तुहानू हाले भी याद है? मोल्ड नहीं बल्कि मॉडल जिहड़े ने वो मैं बनाए सन। जिस तरह मोहनजोदारो म्यूजियम दे विच एक ज्वेलरी सी बहुत सारी जिहड़ी उत्थों दी निकली हुई ते उन डिस्पले करना सी, ते मैं ये सोचदा सा कि बई इनू बकायदा किसी औरत का मुजस्मा बना के ਤੇ ਉਹਦੇ ਨਾਲ ਡਿਸਪਲੇ ਕੀਤਾ ਜਾਏ। ਅੱਛਾ, ਇਹਦਾ ਮਤਲਬ ਹੈ ਕਿ ਤੁਸੀਂ ਸਟੈਚੂ ਵੀ ਕਰਦੇ ਰਹੇ ਹੋ, ਤੁਸੀਂ ਕਲੇ ਮੋਲਡਿੰਗ ਤੇ ਤੁਸੀਂ ਜਿਹੜਾ ਹੈਗਾ ਬੁੱਤ ਰਾਸ਼ੀ ਵੀ ਕਰਦੇ ਹੋ। ਇਹ ਮੇਰੇ ਲਈ ਨਵੀਂ ਜਾਣਕਾਰੀ ਹੈ ਜੀ। ਮੈਂ ਬਹੁਤ ਸਮੇਂ ਤੋਂ ਜਾਣਦਾ ਸਲੀਮ ਜੀ ਨੂੰ, ਔਰ ਇਹ ਅੱਛੇ ਬੁੱਤਰਾਸ਼ ਵੀ ਨੇ ਔਰ ਇਹਨਾਂ ਨੇ ਬਚਪਨ ਦੇ ਵਿੱਚ ਹੀ ਸਿੱਖ ਲਿਆ ਸੀ। ਬਹੁਤ ਵਧੀਆ ਗੱਲ ਹੈ, ਕਮਾਲ ਦੀ ਗੱਲ ਹੈ ਸਲੀਮ ਜੀ ਸਾਡੇ ਲਈ। ਔਰ ਤੁਸੀਂ ਦੱਸਣਾ ਕਿ ਤੁਸੀਂ ਉਸ ਦਾ ਮੁਜੱਸਮਾ ਪਹਿਲੇ ਬਣਾਇਆ, ਉਸ ਦੀ ਮੂਰਤੀ ਬਣਾਈ ਪਹਿਲਾਂ, ਫਿਰ ਉਸ ਦੇ ਉੱਤੇ ਜਿਹੜੇ ਹੈਗੇ ਆ मोल्ड करके जेवरात जिहड़े है, जेवरात वगैरह कपड़े और जेवरात ਉਹਦੇ ਤੇ डिस्पले ਕੀਤੇ। ਔਰ ਮੈਂ ਜਦੋਂ ਕੈਨੇਡਾ ਆਇਆ 72 ਦੇ ਵਿੱਚ, ਤੇ ਉਸ ਤੋਂ ਬਾਅਦ ਮੈਨੂੰ ਇੱਕ ਬੰਦਾ ਕੋਈ ਗਿਆ ਉੱਥੇ ਸਿੰਧ ਤੇ ਇੱਥੇ ਕੈਨੇਡਾ ਵਾਪਸ ਆਇਆ ਤੇ ਕਹਿਣ ਲੱਗਾ ਮੈਂ ਮਿਊਜ਼ੀਅਮ ਦੇਖ ਕੇ ਆਇਆ, ਤੇ ਮੈਨੂੰ ਬੜਾ ਇਸ਼ਤਿਆਕ ਹੋਇਆ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਉੱਥੇ ਇਹ ਫਲਾਣੀ ਚੀਜ਼ ਹੈਗੀ ਸੀ, ਹਾਲੀ ਫਲਾਣੀ ਚੀਜ਼ ਹੈਗੀ ਸੀ, ਤੇ ਉਹ ਦੱਸਦਾ ਰਿਹਾ। ਤੇ ਉਹਨੂੰ ਮੈਂ ਪੁੱਛਿਆ ਕਿ ਇਸ ਤਰ੍ਹਾਂ ਮੈਂ ਇੱਕ ਮੁਜੱਸਮਾ ਬਣਾਇਆ ਸੀ ਜਿਹਦੇ ਤੇ ਜ਼ੇਵਰਾਤ ਡਿਸਪਲੇ ਕੀਤੇ ਸਨ, ਤੇ ਕਹਿਣ ਲੱਗਾ ਨਹੀਂ ਉਹ ਨਹੀਂ ਮੈਂ ਉੱਥੇ ਦੇਖਿਆ। ਤੇ ਮੈਨੂੰ ਬੜਾ ਦੁੱਖ ਹੋਇਆ ਕਿ ਵੀ ਇਹਨਾਂ ਨੇ ਉਹ ਕੱਢ ਦਿੱਤੀ, ਕੋਈ ਉਸ ਤਰ੍ਹਾਂ ਰੱਖ ਦਿੱਤੇ ਹੋਣੇ ਨੇ ਸ਼ੋਕੇਸ ਵਿੱਚ। ਲੇਕਿਨ 45 ਸਾਲ ਤੋਂ ਬਾਅਦ ਮੈਂ ਮੋਹਨਜੋਦਾਰੋ ਮਿਊਜ਼ੀਅਮ ਵਾਪਸ ਗਿਆ, ਪਾਕਿਸਤਾਨ ਗਿਆ, ਤੇ ਮੈਂ ਉਹਨੂੰ ਦੇਖਣ ਲਈ ਗਿਆ ਮਿਊਜ਼ੀਅਮ ਨੂੰ, ਤੇ ਉੱਥੇ ਮੈਨੂੰ ਹਰ ਉਹ ਚੀਜ਼ ਨਜ਼ਰ ਆਈ ਜਿਹੜੀ ਮੈਂ ਉੱਥੇ ਬਣਾ ਕੇ ਆਇਆ ਸੀ। ਵਾਹ ਜੀ। ਤੁਸੀਂ ਜਦੋਂ ਉੱਥੇ ਕੰਮ ਕਰਦੇ ਸੀ, ਔਰ ਹੋ ਸਕਦਾ ਹੈ ਕਿ ਤੁਸੀਂ ਬਹੁਤ ਸਾਰੇ ਮੋਹਨਜੋਦਾਰੋ ਦੇ ਆਰਟੀਕਲਸ ਬਾਹਰਲੇ ਮੁਲਕਾਂ ਦੇ ਵਿੱਚ ਨੁਮਾਇਸ਼ ਕਰਨ ਲਈ ਵੀ ਲਿਜਾਂਦੇ ਹੋਗੇ, ਤੇ ਕਈ ਵਾਰੀ ਇਹ ਹੁੰਦਾ ਹੈ ਕਿ ਤੁਸੀਂ ਓਰੀਜਨਲ ਪੀਸ ਨਹੀਂ ਲਿਜਾਂਦੇ, ਤੇ ਤੁਸੀਂ ਸਾਨੂੰ ਦੱਸੋਗੇ ਕਿ ਉਹ ਫਿਰ ਜਦੋਂ ਓਰੀਜਨਲ ਪੀਸ ਨਹੀਂ ਜਾਂਦਾ ਤੇ ਉਦੋਂ ਕੀ ਲੈ ਕੇ ਜਾਂਦੇ ਹੋ? ਉਦੋਂ ਰੈਪਲੀਕਾ ਬਣਾ ਕੇ ਉਹਨਾਂ ਨੂੰ ਦੇਈਦਾ ਸੀ, ਔਰ ਰੈਪਲੀਕਾ ਇੰਨਾ ਟਰੂ ਬਣਦਾ ਸੀ ਕਿ ਅਸੀਂ ਨਾਲੋਂ ਨਾਲ ਉਹਨਾਂ ਨੂੰ ਓਰੀਜਨਲ ਨੂੰ ਤੇ ਰੈਪਲੀਕਾ ਨੂੰ ਰੱਖ ਕੇ ਤੇ ਜੱਜ ਕਰਦੇ ਸਾਂ ਕਿ ਬਈ ਇਹ ਕਿੰਨਾ ਕਲੋਜ਼ ਹੈ। ਤੇ ਅਮੂਮਨ 90-95% ਜਿਹੜੀ ਹੈ ਉਹਦੀ ਵੈਲਿਊ ਹੁੰਦੀ ਸੀ। ਕਦੀ ਤੁਹਾਡੇ ਨਾਲ ਕੋਈ ਐਸਾ ਕਿੱਸਾ ਵੀ ਹੋਇਆ ਜਿੱਥੇ ਦੇ ਲੋਕਾਂ ਨੇ ਕਿਹਾ ਕਿ ਨਹੀਂ ਯਾਰ ਇਹ ਤੁਸੀਂ ਕੀ ਕੀਤਾ, ਇਹ ਤਾਂ ਓਰੀਜਨਲ ਨਹੀਂ ਹੈਗਾ, ਇਹ ਤਾਂ ਰੈਪਲੀਕਾ ਹੈ? ਨਹੀਂ, ਉਹ ਨਾਲ ਰੈਪਲੀਕਾ ਉਹਦੇ ਨਾਲ ਲੇਬਲ ਵਿੱਚ ਲਿਖਿਆ ਜਾਂਦਾ ਹੈ ਕਿ ਇਹ ਰੈਪਲੀਕਾ, ਉਹਨਾਂ ਨੂੰ ਝੂਠ ਨਹੀਂ ਦੱਸੀ। ਅੱਛਾ, ਪਾਕਿਸਤਾਨ ਦੇ ਵਿੱਚ ਬੁੱਧਾ ਦੇ ਬਹੁਤ ਸਾਰੇ ਸਟੈਚੂ ਮਿਲਦੇ ਸੀ, ਜਿਨ੍ਹਾਂ ਦੇ ਵਿੱਚ ਮੈਨੂੰ ਯਾਦ ਹੈ ਕਦੀ ਤੁਸੀਂ ਇੱਕ ਗੱਲ ਕੀਤੀ ਸੀ ਕਿ ਜਦੋਂ ਬੁੱਧਾ ਰੋਟੀ ਪਾਣੀ ਉਹਨੇ ਛੱਡ ਦਿੱਤਾ ਤਾਂ ਬਹੁਤ ਪਤਲਾ ਹੋ ਗਿਆ, ਬਹੁਤ ਸੜ ਸੁੱਕ ਗਿਆ, ਤੇ ਉਹਦਾ ਇੱਕ ਸਟੈਚੂ ਤੁਸੀਂ ਇੱਕ ਵੀ ਯਾਦ ਕਰਾਇਆ ਸੀਗਾ, ਉਹਦੇ ਬਾਰੇ ਚ ਦੱਸਣਾ ਚਾਹੋਗੇ ਤੁਸੀਂ? ਹਾਂ ਬਿਲਕੁਲ, ਇਹ ਤੇ ਹਿਸਟਰੀ ਇਸੇ ਤਰ੍ਹਾਂ ਹੀ ਹੈ ਕਿ ਉਹ ਸ਼ਹਿਜ਼ਾਦਾ ਸੀ, ਔਰ ਜਿਸ ਵੇਲੇ ਉਹ ਜਵਾਨ ਹੋਇਆ ਤੇ ਬੜਾ ਖਾਮੋਸ਼ ਤਬੀਅਤ ਰਹਿਣ ਲੱਗ ਪਿਆ ਸੀ, ਤੇ ਲੋਕਾਂ ਨੇ ਆਖਿਆ ਕਿ ਬਾਦਸ਼ਾਹ ਨੂੰ ਕਿ ਤੁਸੀਂ ਇਹਦੀ ਸ਼ਾਦੀ ਕਰ ਦਿਓ। ਉਹ ਸ਼ਾਦੀ ਕਰਨ ਤੋਂ ਬਾਵਜੂਦ ਉਹ ਉਸੇ ਤਰ੍ਹਾਂ ਹੀ ਸੀ, ਤੇ ਇੱਕ ਰਾਤ ਉਹ ਆਪਣੀ ਬੀਵੀ ਨੂੰ ਤੇ ਬੱਚਿਆਂ ਨੂੰ ਛੱਡ ਕੇ ਤੇ ਜੰਗਲ ਵਿੱਚ ਚਲਾ ਗਿਆ, ਤੇ ਜੰਗਲ ਵਿੱਚ ਜਾ ਕੇ ਤੇ ਉਹ ਆਪਣੀ ਇਬਾਦਤ ਕਰਦਾ ਰਿਹਾ। ਉੱਥੇ ਉਹ ਭੁੱਖਾ ਵੀ ਰਿਹਾ, ਤੇ ਜਦੋਂ ਉੱਥੋਂ ਵਾਪਸ ਆਇਆ ਸੀ ਤੇ ਉਹ ਹੱਡੀਆਂ ਦਾ ਢਾਂਚਾ ਬਣ ਗਿਆ ਹੋਇਆ ਸੀ। ਤੇ ਇੱਕ ਸਟੈਚੂ ਉਹਦਾ ਐਸਾ ਹੈ ਜਿਹੜਾ ਕਿ ਲਾਹੌਰ ਅਜਾਇਬ ਘਰ ਦੇ ਵਿੱਚ ਹੈ, ਉਹਦੇ ਵਿੱਚ ਉਹਦਾ ਇੰਨਾ ਟਰੂ ਮਾਡਲ ਬਣਿਆ ਹੋਇਆ ਹੈ ਕਿ ਉਹਦੀਆਂ ਛਾਤੀ ਦੇ ਉੱਤੇ ਪਸਲੀਆਂ ਦੇ ਉੱਤੇ ਜਿਹੜੀਆਂ ਰਗਾਂ ਸਨ ਖੂਨ ਦੀਆਂ ਉਹ ਵੀ ਬਣੀਆਂ ਹੋਈਆਂ ਨੇ। ਤੇ ਇਹ ਲੋਕ ਬੜੀ ਮਹਾਰਤ ਰੱਖਦੇ ਸਨ ਪੁਤਕਾਰੀ ਦੇ ਵਿੱਚ, ਤੇ ਉਹ ਮੈਨੂੰ ਇੱਕ ਯਾਦ ਹੈ ਕਿ ਮੈਂ ਉਹਦਾ ਵੀ ਮੁਜੱਸਮਾ ਬਣਾ ਕੇ ਜਾਪਾਨ ਘੱਲਿਆ ਸੀ। ਅੱਛਾ, ਉਹਦਾ ਤੁਸੀਂ ਰੈਪਲੀਕਾ ਬਣਾ ਕੇ ਜਾਪਾਨ ਘੱਲਿਆ ਸੀਗਾ। ਇਹ ਤਾਂ ਸਰ ਗੱਲ ਹੋ ਗਈ ਤੁਹਾਡੇ ਮਿਊਜ਼ੀਅਮ ਜਿਹੜਾ ਤੁਸੀਂ ਮੋਹਨਜੋਦਾਰੋ ਵਾਲਾ ਕੀਤਾ ਹੈ।
ਤੁਸੀਂ ਕੁਝ ਹੋਰ ਵੀ ਮਿਊਜ਼ੀਅਮ ਸੈਟਅਪ ਕੀਤੇ ਨੇ ਪਾਕਿਸਤਾਨ ਦੇ ਵਿੱਚ? ਮੈਂ 12 ਮਿਊਜ਼ੀਅਮ ਸੈਟਅਪ ਕੀਤੇ ਨੇ ਜੀ ਪਾਕਿਸਤਾਨ ਵਿੱਚ ਜੀ। ਔਰ ਉਹਦੇ ਵਿੱਚ ਕਰਾਚੀ ਦਾ ਨੈਸ਼ਨਲ ਮਿਊਜ਼ੀਅਮ ਹੈ ਜਿਹਦੇ 'ਚ ਮੇਰਾ ਬਹੁਤ ਸਾਰਾ ਕੰਮ ਹੈ। ਉਸ ਤੋਂ ਬਾਅਦ ਹੜੱਪਾ ਮਿਊਜ਼ੀਅਮ ਹੈ, ਮੋਹਨਜੋਦਾਰੋ ਮਿਊਜ਼ੀਅਮ ਹੈ, ਸਵਾਤ ਮਿਊਜ਼ੀਅਮ, ਟੈਕਸਲਾ ਮਿਊਜ਼ੀਅਮ ਬੜਾ ਇਹਦੇ 'ਚ ਕੰਮ ਕੀਤਾ ਮੈਂ। ਉਸ ਤੋਂ ਬਾਅਦ ਬੰਬੋਰ ਮਿਊਜ਼ੀਅਮ ਜਿੱਥੇ ਮੁਹੰਮਦ ਬਿਨ ਕਾਸਿਮ ਨੇ ਆ ਕੇ ਹਮਲਾ ਕੀਤਾ ਸੀ ਉੱਥੇ। ਤੇ ਇਸੇ ਤਰ੍ਹਾਂ ਹੀ ਹੋਰ ਛੋਟੇ ਛੋਟੇ ਲਾਹੌਰ ਦਾ ਸਿੱਖ ਮਿਊਜ਼ੀਅਮ ਹੈ। ਫਿਰ ਲਾਹੌਰ 'ਚ ਇੱਕ ਬ੍ਰਿਟਿਸ਼ ਮਿਊਜ਼ੀਅਮ ਬਣਿਆ ਸੀ, ਉਹ ਵੀ ਮੈਂ ਡਿਸਪਲੇ ਕੀਤਾ ਸੀ। ਤੁਸੀਂ ਹੁਣੇ ਗੱਲ ਕੀਤੀ ਹੈ ਕਿ ਤੁਸੀਂ ਇੱਕ ਚੜ੍ਹਦੇ ਪਾਕਿਸਤਾਨ ਦੇ ਵਿੱਚ ਜੀ ਉੱਥੇ ਇੱਕ ਮਿਊਜ਼ੀਅਮ ਸੈਟਅਪ ਕੀਤਾ ਸੀ, ਉਹਦੇ ਬਾਰੇ ਤੁਸੀਂ ਦੱਸਣਾ, ਕਿਉਂਕਿ ਕੋਈ ਸਮਾਂ ਸੀਗਾ ਜਦੋਂ ਪਾਕਿਸਤਾਨ ਦੇ ਦੋ ਹਿੱਸੇ ਹੁੰਦੇ ਸਨ। ਜੀ ਜੀ। ਇੱਕ ਪਾਕਿਸਤਾਨ ਜਿਹੜਾ ਕਿ ਅੱਜ ਬੰਗਲਾਦੇਸ਼ ਬਣ ਗਿਆ ਹੈ, ਉਹ ਪਹਿਲਾਂ ਪਾਕਿਸਤਾਨ ਹੀ ਕਹਿਲਾਉਂਦਾ ਸੀਗਾ। ਔਰ ਉਹ ਬੰਗਲਾਦੇਸ਼ ਦੇ ਵਿੱਚ ਜਾਂ ਉਸ ਸਮੇਂ ਦੇ ਪਾਕਿਸਤਾਨ ਦੇ ਵਿੱਚ ਜਿਹੜਾ ਤੁਸੀਂ ਮਿਊਜ਼ੀਅਮ ਸੈਟਅਪ ਕੀਤਾ ਸੀ, ਉਹਦੇ ਬਾਰੇ 'ਚ ਤੁਹਾਡੀ ਕੋਈ ਅੱਛੀਆਂ ਮੈਮੋਰੀਜ਼ ਹੈ? ਹਾਂਜੀ, ਉੱਥੇ ਚਟਾਗਾਂਗ ਵਿੱਚ ਜਿਹੜਾ ਮਿਊਜ਼ੀਅਮ ਬਣਾਇਆ ਸੀ ਉਹ ਇੱਕ ਖਾਸ ਮਿਊਜ਼ੀਅਮ ਸੀ ਕਿ ਰਾਂਗਾਮਟੀ ਇੱਕ ਇਲਾਕਾ ਹੈ ਚਟਾਗਾਂਗ ਦੇ ਪਹਾੜੀ ਇਲਾਕਾ, ਜਿਹਦੇ ਵਿੱਚ ਹਾਲੇ ਵੀ ਲੋਕੀ ਜਿਹੜੇ ਨੇ ਉਹ ਬਗੈਰ ਕੱਪੜਿਆਂ ਤੋਂ ਰਹਿੰਦੇ ਨੇ। ਤੇ ਉਹਨਾਂ ਦੀ ਲਾਈਫ ਦੇ ਉੱਤੇ ਉਹਨਾਂ ਦੀ ਹੁਣ ਜਿਹੜੀ ਨਵੀਂ ਡਿਵੈਲਪਮੈਂਟ ਹੋ ਗਈ ਹੈ ਕਿ ਉਹ ਖੱਡੀਆਂ ਬਣਾਉਂਦੇ ਨੇ, ਉਹਦੇ 'ਚੋਂ ਕੱਪੜਾ ਬਣਾਉਣਾ ਸ਼ੁਰੂ ਕਰਤਾ ਹਲਕਾ ਹਲਕਾ, ਤੇ ਹੁਣ ਉਹ ਛੋਟਾ ਜਿਹਾ ਲੰਗੋਟੀ ਟਾਈਪ ਦਾ ਕੱਪੜਾ ਜਿਹੜਾ ਉਹ ਬਣਦੇ ਨੇ। ਤੇ ਉਹਨਾਂ ਦੀ ਲਾਈਫ ਸਟੱਡੀ ਵਾਸਤੇ ਮੈਂ 15 ਦਿਨ ਜਾ ਕੇ ਉੱਥੇ ਰਾਂਗਾਮਾਟੀ 'ਚ ਰਿਹਾ ਸਾਂ, ਉਹਨਾਂ ਦੀ ਲਾਈਫ ਦੀ ਸਟੱਡੀ ਕੀਤੀ। ਫਿਰ ਉਹਦੇ ਉਸੇ ਤਰ੍ਹਾਂ ਦੇ ਮਾਡਲ ਤੇ ਉਸੇ ਤਰ੍ਹਾਂ ਦਾ ਮਿਊਜ਼ੀਅਮ ਜਿਹੜਾ ਅਸੀਂ ਤਿਆਰ ਕੀਤਾ ਚਟਾਗਾਂਗ ਦੇ ਵਿੱਚ, ਜਿਹੜਾ ਕਿ ਅੱਜ ਤੱਕ ਉਸੇ ਤਰ੍ਹਾਂ ਹੀ ਹੈ, ਮੌਜੂਦ ਹੈ। ਤੁਹਾਡਾ ਜਿਹੜਾ ਸ਼ੋਭਾ ਰਿਹਾ ਹੈ ਪਾਕਿਸਤਾਨ ਦੇ ਵਿੱਚ ਕਿ ਤੁਸੀਂ ਮਿਊਜ਼ੀਅਮਸ ਦੇ ਨਾਲ ਸੰਬੰਧਿਤ ਰਹੇ ਹੋ, ਬਹੁਤ ਸਾਰੀਆਂ ਐਸੀਆਂ ਚੀਜ਼ਾਂ, ਐਸੇ ਆਰਟੀਕਲ ਜਿਹੜੇ ਹਿਸਟਰੀ ਦੇ ਵਿੱਚ ਗੁੰਮ ਹੋ ਜਾਂਦੇ ਨੇ, ਉਹਨਾਂ ਨੂੰ ਸਾਂਭ ਕੇ ਰੱਖਦੇ ਰਹੇ ਹੋ ਤੁਸੀਂ। ਤੇ ਤੁਹਾਨੂੰ ਉਸ ਵੇਲੇ ਕੋਈ ਬਹੁਤ ਵੱਡੀਆਂ ਮੁਸ਼ਕਲਾਂ ਵੀ ਆਈਆਂ, ਕਿਉਂਕਿ ਸਾਡੇ ਵਿੱਚ ਰਿਵਾਜ਼ ਨਹੀਂ ਹੁੰਦਾ ਚੀਜ਼ਾਂ ਨੂੰ ਸਾਂਭਣ ਦਾ। ਅਸੀਂ ਕਬਾੜਖਾਨੇ ਦੇ ਵਿੱਚ ਤਾਂ ਬਹੁਤ ਕੁਝ ਰੱਖ ਲੈਂਦੇ ਹਾਂ, ਲੇਕਿਨ ਅਸੀਂ ਚੀਜ਼ਾਂ ਨੂੰ ਸਾਂਭ ਕੇ, ਔਰ ਜਿਹੜੀਆਂ ਵੈਲਿਊਏਬਲ ਚੀਜ਼ਾਂ ਨੇ ਉਹਨਾਂ ਨੂੰ ਸਾਂਭਣ ਦਾ ਸਾਡਾ ਰਿਵਾਜ਼ ਨਹੀਂ ਹੁੰਦਾ। ਉਹਦੇ ਬਾਰੇ ਤੁਸੀਂ ਦੱਸਣਾ ਚਾਹੋਗੇ ਕੁਝ? ਜਿਸਲੇ ਤੁਸੀਂ ਇੱਕ ਆਰਗੇਨਾਈਜ਼ਡ ਡਿਪਾਰਟਮੈਂਟ ਨੂੰ ਸਾਹਮਣੇ ਰੱਖ ਲੈਂਦੇ ਹੋ ਤੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਬੜੇ ਤਰੀਕੇ ਦੇ ਨਾਲ ਰੱਖੀਆਂ ਜਾਂਦੀਆਂ ਨੇ। ਹਰ ਇੱਕ ਛੋਟੀ ਤੋਂ ਛੋਟੀ ਚੀਜ਼ ਜਿਹੜੀ ਹੈ ਉਹਨੂੰ ਦਰਜ ਕੀਤਾ ਜਾਂਦਾ ਹੈ ਔਰ ਉਹਨੂੰ ਸਟੋਰੇਜ ਵਿੱਚ ਰੱਖਿਆ ਜਾਂਦਾ ਹੈ। ਉਹਦੇ 'ਚੋਂ ਜਿਹੜੀਆਂ ਐਸੀਆਂ ਚੀਜ਼ਾਂ ਹੁੰਦੀਆਂ ਨੇ ਜਿਹਦੇ ਤੋਂ ਹਿਸਟਰੀ ਨੂੰ ਬਿਆਨ ਕੀਤਾ ਜਾ ਸਕੇ, ਉਹ ਚੀਜ਼ਾਂ ਸ਼ੋਕੇਸ ਵਿੱਚ ਡਿਸਪਲੇ ਕਰੀਦੀਆਂ ਨੇ। ਕਿਉਂਕਿ ਚੀਜ਼ਾਂ ਜਿਹੜੀਆਂ ਨੇ, ਜਿਹੜੇ ਆਰਟੀਕਲਸ ਨੇ, ਉਹ ਕਿਤਾਬਾਂ ਤੋਂ ਵੀ ਜ਼ਿਆਦਾ ਸੱਚ ਬੋਲਦੇ ਨੇ। ਜਦੋਂ ਕੋਈ ਹਿਸਟਰੀ ਦੀ ਕਿਤਾਬ ਲਿਖੀ ਜਾਂਦੀ ਹੈ ਤਾਂ ਅਸੀਂ ਹਿਸਟਰੀ ਨੂੰ ਉੱਦਾਂ ਹੀ ਨਹੀਂ ਲਿਖਦੇ ਜਿੱਦਾਂ ਕਿ ਵਾਪਰਿਆ ਹੁੰਦਾ ਹੈ। ਹਿਸਟਰੀ ਦਾ ਮਤਲਬ ਹੀ ਇਹ ਹੈ ਕਿ ਹਿਜ਼ ਸਟੋਰੀ, ਨਾ ਕਿ ਉਸ ਵਕਤ ਜੋ ਕੁਝ ਵਾਪਰਿਆ ਉਹ ਕਹਾਣੀ ਨਹੀਂ ਹੁੰਦੀ, ਲਿਖਣ ਵਾਲੇ ਦੀ ਇੱਕ ਆਪਣੀ ਕਹਾਣੀ ਹੁੰਦੀ ਹੈ। ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਹਿਸਟਰੀ ਲਿਖਵਾਉਣ ਵਾਲੇ ਸਿਰਫ ਤੇ ਸਿਰਫ ਰਾਜੇ ਮਹਾਰਾਜੇ ਹੁੰਦੇ ਸਨ, ਔਰ ਹਿਸਟਰੀ ਉਹਨਾਂ ਦੇ ਹੱਕ ਵਿੱਚ ਹੀ ਲਿਖੀ ਜਾਂਦੀ ਸੀ। ਜਿਹੜੇ ਲੋਕ ਉਹਨਾਂ ਦੇ ਖਿਲਾਫ ਹਿਸਟਰੀ ਲਿਖਦੇ ਸੀ, ਉਹ ਕਿਤਾਬਾਂ ਜਾਂ ਹੋਰ ਕੁਝ ਜਿਹੜਾ ਉਹ ਸਾੜ ਦਿੱਤੀਆਂ ਜਾਂਦੀਆਂ ਸਨ, ਉਹ ਬੰਦਿਆਂ ਨੂੰ ਮਾਰ ਦਿੱਤਾ ਜਾਂਦਾ ਸੀ, ਬੜਾ ਕੁਝ ਹੁੰਦਾ ਸੀਗਾ। ਔਰ ਇਹ ਬੜੀ ਵਧੀਆ ਤੁਹਾਡੀ ਕੋਸ਼ਿਸ਼ ਸੀਗੀ ਕਿ ਤੁਸੀਂ ਉਸ ਸਮੇਂ ਦੇ ਆਰਟੀਕਲਸ ਬਚਾ ਕੇ ਮਿਊਜ਼ੀਅਮਾਂ ਦੇ ਵਿੱਚ ਰੱਖੇ, ਔਰ ਉਹ ਜਿਹੜੇ ਹੈ ਪੁਰਾਣੀ ਹਿਸਟਰੀ ਬਿਆਨ ਕਰਦੇ ਨੇ। ਸਲੀਮ ਜੀ, ਤੁਹਾਡੇ ਨਾਲ ਬਹੁਤ ਸੋਹਣੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ। ਤੁਹਾਨੂੰ ਇੱਕ ਹੋਰ ਸਵਾਲ ਕਰਦੇ ਅਸੀਂ ਕਿ ਤੁਹਾਡਾ ਮਿਊਜ਼ੀਅਮਸ ਤੋਂ ਬਾਹਰ ਨਿਕਲ ਕੇ ਆਰਟ ਵੱਲ ਆਉਣਾ ਕਿੱਦਾਂ ਹੋਇਆ, ਇਸ ਬਾਰੇ ਅਸੀਂ ਗੱਲ ਕਰਦੇ ਹਾਂ ਤੁਹਾਡੇ ਨਾਲ, ਲੇਕਿਨ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬਣੇ ਰਹਿਣਾ ਸਾਡੇ ਨਾਲ।